ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਸ਼੍ਰੀ ਹਰਗੋਬਿੰਦ ਸ਼ੋਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੁਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਤਰੁਣ ਤਰਹਾ ਤਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਇਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ।
ਫਤਿਹ ਹੈ। ਬਿਗਨ ਬੇਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਵਿਨਾਸਨ ਸੋਏ। ਜੇਕਰ ਵਸਤੂ ਕੇ ਅੰਧਕਾਰੀ ਸਗਲ ਨੰਦਨ ਕਹਿ ਬਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਚਵਰ ਛਤਰ ਅਤੇ ਵਕਤ ਦੇ ਮਾਲਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਵਿੱਤਰ ਪਾਕ ਮੁਕੱਦਸ ਮੁਬਾਰਕ ਗੋਦ ਅੰਦਰ ਚੱਲ ਰਹੀ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਕਥਾ, ਜਿਸ ਦੇ ਚੱਲਦਿਆਂ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇੱਥੋਂ ਤੱਕ ਪਾਵਨ ਗੁਰ ਇਤਿਹਾਸ ਸ਼ਰਵਣ ਕੀਤਾ ਹੈ ਕਿ ਬਾਬਾ ਪ੍ਰਿਥਵੀ ਚੰਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਲੜ ਕੇ ਉਹਨਾਂ ਨੂੰ ਧਮਕੀ ਦੇ ਕੇ ਵੀ ਮੈਂ ਤੈਨੂੰ, ਤੇਰੇ ਪਰਿਵਾਰ ਨੂੰ, ਸਾਰਿਆਂ ਨੂੰ ਮਾਰ ਮੁਕਾਉਣਾ ਹੈ ਅਤੇ ਮੈਂ ਹੁਣ ਦਿੱਲੀ ਚੱਲਿਆ, ਬਾਦਸ਼ਾਹ ਦੀ ਮਦਦ ਲੈ ਕੇ ਫੌਜ ਭੇਜਾਂਗਾ, ਤੈਨੂੰ ਪਕੜ ਕੇ ਲੈ ਜਾਣਗੇ ਅਤੇ ਉੱਥੇ ਫਿਰ ਦਿੱਲੀ ਮਾਰ ਦੇਣਗੇ। ਬਾਬਾ ਮਹਾਦੇਵ ਜੀ ਜੋ ਵਿਚਕਾਰਲੇ ਭਰਾ ਸਨ, ਤਿੰਨਾਂ ਦੇ ਵਿੱਚੋਂ ਉਹ ਬਾਬਾ ਪ੍ਰਿਥਵੀ ਚੰਦ ਦੇ ਕੋਲ ਪਹੁੰਚੇ ਨੇ। ਉਹਨਾਂ ਨੇ ਬਾਬਾ ਪ੍ਰਿਥਵੀ ਚੰਦ ਨੂੰ ਆਖਿਆ ਵੀ ਤੁਸੀਂ ਦਿੱਲੀ ਨਾ ਜਾਓ, ਸਗੋਂ ਮੇਰੇ ਨਾਲ ਚੱਲੋ ਅਤੇ ਆਪਾਂ ਅਰਜਨ ਦੇਵ ਜੀ ਦੇ ਕੋਲੋਂ ਮਾਫੀ ਮੰਗ ਲੈਂਦੇ, ਕਿਉਂਕਿ ਉਹ ਸਮੇਂ ਦੇ ਗੁਰੂ ਹਨ, ਸਮਰੱਥ ਹਨ। ਉਹਨਾਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੀ ਜੋਤ ਵਰਤ ਰਹੀ ਹੈ। ਉਹਨਾਂ ਦੇ ਉੱਪਰ ਫੌਜ ਚੜਾਉਣੀ, ਉਹਨਾਂ ਨੂੰ ਮਾਰਨਾ, ਇਹ ਕੋਈ ਚੰਗੀ ਗੱਲ ਨਹੀਂ। ਸਾਡੇ ਪਿਤਾ ਗੁਰੂ ਰਾਮਦਾਸ ਜੀ ਦੀ ਨਰਾਦਰੀ ਹੈ, ਉਹਨਾਂ ਦੇ ਹੁਕਮ ਦੀ ਅਦੁੱਲੀ ਹੈ। ਜਦੋਂ ਬਾਬਾ ਮਹਾਦੇਵ ਜੀ ਨੇ ਆਪਣੇ ਵੱਡੇ ਭਰਾ ਬਾਬਾ ਪ੍ਰਿਥਵੀ ਚੰਦ ਨੂੰ ਸਮਝਾਇਆ ਵੀ ਦਿੱਲੀ ਨਹੀਂ, ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਜਾਈਏ, ਉਸ ਸਮੇਂ ਗੁਰਮੁਖ ਪਿਆਰਿਓ ਬਾਬਾ ਪ੍ਰਿਥਵੀ ਚੰਦ ਨੂੰ ਇਉਂ ਜਾਪਿਆ ਵੀ ਮੇਰਾ ਭਰਾ ਮਹਾਦੇਵ ਛੋਟੇ ਭਰਾ ਗੁਰੂ ਅਰਜਨ ਦੇਵ ਜੀ ਦੀ ਬੋਲੀ ਬੋਲਦਾ, ਭਾਵ ਉਹਦਾ ਇਹ ਮਦਦਗਾਰ, ਉਹਦੀ ਸਹਾਇਤਾ ਕਰ ਰਿਹਾ। ਇਸ ਕਰਕੇ ਗੱਲ ਨੂੰ ਪਲਟਦਿਆਂ ਹੋਇਆਂ ਪ੍ਰਿਥਵੀ ਚੰਦ ਕਹਿਣ ਲੱਗਾ, ਮਹਾਦੇਵ ਤੂੰ ਵੀ ਮੇਰੇ ਨਾਲ ਦਿੱਲੀ ਚੱਲ, ਤੈਨੂੰ ਮੇਰੀ ਪਾਵਰ ਤਾਕਤ ਪਹੁੰਚਦਾ ਨਹੀਂ ਪਤਾ। ਮੈਂ ਬਾਦਸ਼ਾਹ ਜਹਾਂਗੀਰ ਨੂੰ ਫਰਿਆਦ ਕਰਨੀ ਹੈ ਵੀ ਮੇਰੇ ਛੋਟੇ ਭਰਾ ਨੇ ਸਾਡੇ ਨਾਲ ਧੱਕਾ ਕੀਤਾ ਹੈ ਅਤੇ ਮੈਨੂੰ ਗੁਰਤਾ ਗੱਦੀ ਜਿਹੜੀ ਦਵਾ ਦਿਓ, ਮੇਰੇ ਭਰਾ ਨੂੰ ਮਾਰ ਦਿਓ। ਮਹਾਦੇਵ ਕਹਿਣ ਲੱਗਾ ਵੀ ਇੱਦਾਂ ਕਿੱਦਾਂ ਹੋ ਸਕਦਾ ਹੈ, ਅਤੇ ਪ੍ਰਿਥਵੀ ਚੰਦ ਕਹਿੰਦਾ ਵੀ ਮੈਂ ਕਰਕੇ ਦਿਖਾਵਾਂਗਾ, ਸਮੇਂ ਦਾ ਬਾਦਸ਼ਾਹ ਜੋ ਮਰਜ਼ੀ ਕਰ ਸਕਦਾ। ਵੇਖ, ਜੇ ਬਾਦਸ਼ਾਹ ਕਹੇਗਾ ਵੀ ਤੁਹਾਡੇ ਤਿੰਨਾਂ ਭਰਾਵਾਂ ਦਾ ਹੱਕ ਹੈ, ਤਿੰਨੇ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ, ਅਤੇ ਅਰਜਨ ਦਾ ਵੀ ਹੱਕ ਬਣਦਾ। ਪਹਿਲੀ ਗੱਲ ਤਾਂ ਅਸੀਂ ਕਹਾਂਗੇ ਵੀ ਅਸੀਂ ਵੱਡੇ ਹਾਂ। ਜੇ ਬਾਦਸ਼ਾਹ ਨਾ ਮੰਨਿਆ ਅਤੇ ਮੈਂ ਫਿਰ ਬਾਦਸ਼ਾਹ ਨੂੰ ਕਹਿ ਦੇਣਾ ਹੈ ਵੀ ਜੇ ਸਾਡਾ ਤਿੰਨਾਂ ਭਰਾਵਾਂ ਦਾ ਹੱਕ ਬਣਦਾ, ਮੈਂ ਅਤੇ ਅਰਜਨ ਲੜੇ ਹੋਏ ਹਾਂ, ਨਾ ਤੁਸੀਂ ਅਰਜਨ ਨੂੰ ਗੁਰਤਾ ਗੱਦੀ 'ਤੇ ਰਹਿਣ ਦਿਓ ਅਤੇ ਨਾ ਤੁਸੀਂ ਮੈਨੂੰ ਦਿਓ। ਮੈਂ ਅਤੇ ਮਹਾਦੇਵ ਤੇਰਾ ਨਾਂ ਲੈ ਲੈਣਾ ਵੀ ਇਸ ਭਰਾ ਨੂੰ ਦੇ ਦਿਓ। ਇਸ ਕਰਕੇ ਤੂੰ ਮੇਰੇ ਨਾਲ ਚੱਲ ਅਤੇ ਮੈਂ ਗੁਰਤਾ ਗੱਦੀ ਤੈਨੂੰ ਦਵਾ ਦੇਣੀ, ਉੱਥੋਂ ਗੁਰੂ ਬਣਾ ਕੇ ਫਿਰ ਆਉਣਾ ਹੈ। ਆਓ ਗੁਰਮੁਖ ਪਿਆਰਿਓ, ਬਾਬਾ ਮਹਾਦੇਵ
ਪ੍ਰਿਥਵੀ ਚੰਦ ਨੂੰ ਕਹਿ ਰਿਹਾ ਸੀ ਆਪਾਂ ਅਰਜਨ ਦੇਵ ਜੀ ਸਤਿਗੁਰਾਂ ਦੇ ਕੋਲ ਚੱਲੀਏ। ਪ੍ਰਿਥਵੀ ਚੰਦ ਕਹਿੰਦਾ ਵੀ ਤੂੰ ਮੇਰੇ ਨਾਲ ਚੱਲ ਦਿੱਲੀ। ਕੀ ਹੋਇਆ, ਕਿੰਨੇ ਤੇ ਕਿਵੇਂ ਤੇ ਕਿਸ ਦੀ ਮੰਨੀ, ਆਓ ਆਪਾਂ ਅਗਲੇਰਾ ਜਿਹੜਾ ਇਤਿਹਾਸ ਉਹ ਜਾਣਨ ਦੀ ਕਿਰਪਾਲਤਾ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀ ਆਪ ਵਿੱਚ ਵਰਤ ਕੇ ਆਪਣੇ ਦਰ ਘਰ ਦੀਆਂ ਸੇਵਾਵਾਂ ਲੈ ਲੈਣ। ਸਾਰੀ ਸੰਗਤ ਹਾਜ਼ਰੀ ਲਵਾਉਂਦੇ ਹੋਏ ਬਾ ਅਦਬ ਸਤਿਕਾਰ ਸਹਿਤ ਆਖੋ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੋ ਬਾਬਾ ਪ੍ਰਿਥਵੀ ਚੰਦ ਕਹਿ ਰਿਹਾ ਸੀ ਜੇ ਬਾਦਸ਼ਾਹ ਆਖੇ ਵੀ ਤੁਸੀਂ ਸਾਰੇ ਹੀ ਭਰਾ ਹੱਕਦਾਰ ਹੋ ਪਿਤਾ ਦੀ ਸੰਪਤੀ ਦੇ, ਜਾਇਦਾਦ ਦੇ, ਗੁਰਤਾ ਗੱਦੀ ਦੇ। ਜਦੋਂ ਬਾਦਸ਼ਾਹ ਨੇ ਇਹ ਗੱਲ ਆਖੀ ਤਾਂ ਤੇ ਤਉ ਨਾ ਦੀਰਘ ਗਾਦੀ ਲੇਵੇ, ਵੀ ਵੱਡਾ ਗੁਰਤਾ ਗੱਦੀ ਨਹੀਂ ਲੈ ਸਕਦਾ, ਤੁਹਾਡਾ ਤਿੰਨਾਂ ਦਾ ਹਿੱਸਾ ਹੈ। ਪਹਿਲੀ ਗੱਲ ਤੇ ਆਪਾਂ ਤੇ ਇਹ ਕਹਿਣਾ ਵੀ ਵੱਡਿਆਂ ਦਾ ਹੀ ਬਣਦਾ ਹੈ। ਤੇ ਫਿਰ ਮੈਂ ਬਾਦਸ਼ਾਹ ਨੂੰ ਕਹਿ ਦੇਵਾਂਗਾ ਚਲੋ ਜੀ ਮੈਂ ਵੀ ਛੱਡੀ ਗੁਰਤਾ ਗੱਦੀ, ਮੈਂ ਵੀ ਨੇ ਗੁਰੂ ਬਣਨਾ, ਤੇ ਮਹਾਦੇਵ ਮੈਂ ਤੇਰਾ ਨਾਂ ਲੈ ਲੈਣਾ ਹੈ। ਪਰ ਤੇਰਾ ਨਾਮ ਮੈਂ ਤਾਂ ਲਵਾਂਗਾ ਜੇ ਤੂੰ ਮੇਰੇ ਨਾਲ ਹੋਵੇਂਗਾ, ਮੈਂ ਤੇਰੇ ਵੱਲ ਇਸ਼ਾਰਾ ਕਰ ਦੇਵਾਂਗਾ। ਤੇ ਫਿਰ ਤੂੰ ਗੁਰੂ ਬਣ ਜਾਣਾ, ਤੇਰੇ ਚਰਨਾਂ ਤੇ ਸਾਰੀ ਸੰਗਤ ਨੇ ਪੂਜਣ ਲੱਗ ਪੈਣਾ। ਤੇਰੇ ਅੱਗੇ ਬੜੇ ਬੜੇ ਮਹਿੰਗੇ ਪਦਾਰਥ, ਕੀਮਤੀ ਭਟਾਵਾਂ ਤੇ ਵੇਖੀ ਮਾਇਆ ਦਾ ਢੇਰ ਲੱਗਿਆ ਰਹਿਣਾ ਹੈ। ਕਿਉਂਕਿ ਮੈਂ ਤੇ ਬਾਦਸ਼ਾਹ ਨੂੰ ਕਹਿ ਦੇਣਾ ਹੈ ਵੀ ਅਰਜਨ ਦੇਵ ਛੋਟਾ ਹੈ ਤੇ ਮੈਂ ਵੱਡਾ ਹਾਂ, ਨਾ ਤੁਸੀਂ ਮੈਨੂੰ ਗੁਰਤਾ ਗੱਦੀ ਤੇ ਬਿਠਾਓ ਤੇ ਨਾ ਹੀ ਛੋਟੇ ਨੂੰ ਰਹਿਣ ਦਿਓ। ਜਾਂ ਤੇ ਮੱਧਮ ਕਰੋ ਮਹਾਨ, ਮੱਧਮ ਕਹਿੰਦੇ ਜੀ ਵਿਚਕਾਰਲੇ ਨੂੰ। ਮੈਂ ਬਾਦਸ਼ਾਹ ਨੂੰ ਕਹਾਂਗਾ ਵੀ ਮੇਰਾ ਤੇ ਛੋਟੇ ਦਾ ਝਗੜਾ ਚੱਲਦਾ ਹੈ ਤੇ ਤੁਸੀਂ ਇਹ ਝਗੜਾ ਵੀ ਨਿਬੇੜੋ, ਇਸ ਨੂੰ ਭਾਵ ਮਹਾਦੇਵ ਭਾਵ ਤੁਹਾਨੂੰ ਵਿਚਕਾਰਲੇ ਨੂੰ ਬਿਠਾ ਦਿਓ। ਤੇ ਗੁਰਮੁਖ ਪਿਆਰਿਓ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਵੀ ਮਹਾਦੇਵ ਮਹਾਦੇਵ ਹੀ ਹੈ, ਜਿਵੇਂ ਸ਼ੰਕਰ ਨੂੰ ਭੋਲੇਨਾਥ ਕਹਿੰਦੇ ਨਾ ਵੀ ਭੋਲਾ ਹੈ। ਕਵੀ ਜੀ ਨੇ ਇਹ ਕਾਵ ਰਚਨਾ ਵਿੱਚ ਲਿਖਿਆ ਮਹਾਦੇਵ ਮਹਾਦੇਵ ਜਾਨੋ। ਉਹ ਕਹਿੰਦੇ ਜਿਹੜਾ ਮਹਾਦੇਵ ਸੀ ਇਹ ਵਿਚਾਰਾ ਥੋੜ੍ਹਾ ਜਿਹਾ ਸਿੱਧੇ ਤੇ ਸਾਦੇ ਸਰਲ ਸੁਭਾਅ ਵਾਲਾ ਹੈ। ਇਸ ਕਰਕੇ ਪ੍ਰਿਥਵੀ ਚੰਦ ਦਾ ਮਨ ਹੈ ਵੀ ਇਹਨੂੰ ਮੈਂ ਆਪਣੀਆਂ ਗੱਲਾਂ ਦੇ ਵਿੱਚ, ਆਪਣੇ ਕਪਟ ਵਿੱਚ, ਆਪਣੇ ਛਲ ਵਿੱਚ ਲੈ ਲੈਣਾ ਹੈ। ਇਸ ਕਰਕੇ ਉਹ ਕਹਿ ਰਿਹਾ ਸੀ ਭਰਾ ਮਹਾਦੇਵ ਤੂੰ ਯੋਗ ਹੈ ਤੇ ਤੈਨੂੰ ਹੀ ਮੈਂ ਗੁਰੂ ਬਣਾ ਦੇਣਾ ਹੈ ਤੇ ਤੂੰ ਮੇਰੇ ਨਾਲ ਚੱਲ। ਤੇ ਤਾਂ ਹੋਏਗਾ ਜੇ ਤੂੰ ਨਾਲ ਚੱਲੇਗਾ। ਤੇ ਕਹਿੰਦਾ ਵੀ ਮੈਂ ਬਾਦਸ਼ਾਹ ਨੂੰ ਆਖਾਂਗਾ ਵੀ ਬਹੁਤ ਵਧੀਆ ਸੁਭਾਅ ਹੈ, ਬੜੇ ਮਸੰਦ ਸਿੱਖ ਸੰਗਤਾਂ ਮਹਾਦੇਵ ਦੇ ਨਾਲ ਸਹਿਮਤ ਨੇ। ਚੱਲ ਮੈਂ 2-4 ਗੱਲਾਂ ਹੋਰ ਬਾਦਸ਼ਾਹ ਨੂੰ ਕਹਿ ਦੇਵਾਂਗਾ।
पर तां क्योंकि तू मेरा भरा है ते तू मेरे नाल चलेगा। ਤੇ ਨਾਲੇ ਆਪਾਂ ਦੋਵੇਂ ਰਲ ਕੇ ਰਵਾਂਗੇ। ਦੋ ਦੀ ਤਾਕਤ ਕਿੰਨੀ ਹੈ ਤੇ ਇਕੱਲੇ ਦੀ ਤਾਕਤ ਕਿੰਨੀ ਹੈ? ਦੋ ਤੇ ਨਾਲੇ 11 ਹੁੰਦੇ ਆ ਨਾ। ਮੈਂ ਤੇਰੇ ਨਾਲ ਤੇ ਤੂੰ ਮੇਰੇ ਨਾਲ। ਆਪਣੀ ਵੇਖੀ ਤਾਕਤ ਬਹੁਤ ਵੱਡੀ ਹੋਏਗੀ। ਅਗਨ ਸਮਾਨ ਮੋਹ ਕੋ ਤੁਮ ਜਾਨੋ, ਤੁਮ ਸਮੀਰ ਤੇ ਮਚੇ ਅਭੰਗ। ਕਹਿਣ ਲੱਗਾ ਮੈਂ ਸਮਝ ਅੱਗ ਹਾਂ ਤੇ ਮਹਾਦੇਵ ਭਰਾ ਤੂੰ ਸਮਝ ਵੀ ਹਵਾ ਹੈ। ਜਿਵੇਂ ਹਵਾ ਦੇ ਵਿੱਚ ਅੱਗ ਬੜੀ ਮੱਚਦੀ ਹੈ ਨਾ, ਇੱਦਾਂ ਫਿਰ ਆਪਣਾ ਕੰਮ ਚੜ੍ਹਦੀ ਕਲਾ ਵਿੱਚ ਜਾਏਗਾ। ਤੇ ਨਾਲੇ ਜਿਹੜਾ ਆਪਾਂ ਦੋਨਾਂ ਨੇ ਕੰਮ ਕਾਰਜ ਸਿੱਧ ਕਰ ਲੈਣਾ, ਉਹ ਇਕੱਲੇ ਦੇ ਕੋਲ ਨਹੀਂ ਬਣਨਾ। ਇਸ ਕਰਕੇ ਤੂੰ ਜਲਦੀ ਤਿਆਰ ਹੋ। ਤੂੰ ਤੇ ਮੈਨੂੰ ਰੋਕਦਾ ਫਿਰਦਾ, ਮੈਂ ਤੇਰੇ ਭਲੇ ਵਾਸਤੇ ਸੋਚਦਾ, ਤੇ ਤੂੰ ਵੀ ਸਾਡੇ ਨਾਲ ਚੱਲ। ਇਹ ਮੌਕੇ, ਇਹ ਸਮੇਂ ਵਾਰ-ਵਾਰ ਨਹੀਂ ਮਿਲਦੇ ਹਨ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਮਹਾਦੇਵ ਨਾ ਪ੍ਰਿਥਵੀ ਚੰਦ ਦੀਆਂ ਗੱਲਾਂ ਸੁਣ ਸੁਣ ਕੇ ਬਿਖਸਾਨੋ, ਬਿਖਸਾਨੋ ਦਾ ਅਰਥ ਹੁੰਦਾ ਜੀ ਖੁਸ਼ ਹੋਣਾ। ਪ੍ਰਿਥਵੀ ਚੰਦ ਦੀਆਂ ਗੱਲਾਂ ਸੁਣ ਕੇ ਛੋਟਾ ਭਰਾ ਮਹਾਦੇਵ ਹੱਸਣ ਲੱਗ ਪਿਆ। ਉਹ ਕਹਿਣ ਲੱਗਾ ਮੈਂ ਚੰਗਾ ਤੁਹਾਨੂੰ ਰੋਕਣਾ ਹੈ ਦਿੱਲੀ ਜਾਣ ਤੋਂ। ਤੂੰ ਤੇ ਮੈਨੂੰ ਵੀ ਤਿਆਰ ਕਰੀ ਫਿਰਦਾ ਵੀ ਤੂੰ ਵੀ ਨਾਲ ਚੱਲ। ਸਤਿਨਾਮ ਵਾਹਿਗੁਰੂ। ਉਹ ਮੈਂ ਭਾਈ ਤੈਨੂੰ ਰੋਕਣ ਆਇਆ ਵੀ ਦਿੱਲੀ ਨਾ ਜਾ, ਨਾ ਬਖਾਂਦ ਪਾਈਏ, ਨਾ ਲੜਾਈ ਪਾਈਏ। ਤੂੰ ਤੇ ਸਗੋਂ ਮੈਨੂੰ ਵੀ ਕਹਿੰਦਾ ਵੀ ਨਾਲ ਚੱਲ। ਸਭ ਸੁਖ ਪਾਵਤ ਨਿਜ ਘਰ ਬੈਠੇ। ਮਹਾਦੇਵ ਕਹਿਣ ਲੱਗਾ ਭਰਾਵਾ ਮੈਨੂੰ ਦਿੱਲੀ ਜਾਣ ਦੀ ਲੋੜ ਹੈ, ਜਦੋਂ ਸਾਰੇ ਸੁੱਖ ਬੈਠਿਆਂ ਘਰ ਮੈਨੂੰ ਮਿਲ ਰਹੀ ਹੈ, ਤੇ ਇੱਕ ਚਿੰਤਾ ਮਾਤਰ ਵੀ, ਕੋਈ ਦੁੱਖ ਨਹੀਂ, ਕੋਈ ਕਮੀ ਨਹੀਂ, ਕੋਈ ਝੋਰਾ ਨਹੀਂ ਹੈ। ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਆਪਣੇ ਘਰ ਬੈਠੇ ਹਾਂ। ਤੇ ਮੈਂ ਐਵੇਂ ਕਿਉਂ ਦਿੱਲੀ ਤੇਰੇ ਨਾਲ ਭੱਜਾ ਫਿਰਾਂ। ਆਪ ਤੇ ਤੂੰ ਖਿਸਕਿਆ, ਆਪ ਤੇ ਤੂੰ ਵਿਗੜਿਆ ਹੀ ਹੋਇਆ, ਪਜਲ ਹੋਇਆ, ਤੇ ਮੈਨੂੰ ਵੀ ਆ ਗੁਰਤਾ ਗੱਦੀ ਦਾ ਲਾਲਚ ਦੇ ਕੇ, ਉਪਦੇਸ਼ ਦੇ ਕੇ ਕਿਉਂ ਥੜਕਾ ਰਿਹਾ, ਮੈਨੂੰ ਵੀ ਕਿਉਂ ਪਜਲ ਕਰਦਾ ਹੈ। ਨਾਲੇ ਮੈਂ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਵਿਗਾੜ ਨਹੀਂ ਪਾਉਣਾ, ਕੋਈ ਫਰੇਬ ਨਹੀਂ ਕਰਨਾ, ਕੋਈ ਧੋਖਾ ਨਹੀਂ ਕਰਨਾ। ਉਹ ਸਾਡਾ ਭਰਾ ਹੀ ਨਹੀਂ, ਉਹ ਸਮੇਂ ਦਾ ਗੁਰੂ ਹੈ। ਤੇ ਗੁਰੂ ਦੇ ਨਾਲ ਵਿਰੋਧ ਕਰਨਾ, ਧੱਕਾ ਕਰਨਾ, ਕੋਈ ਪਖੰਡ ਫਰੇਬ ਕਰਨਾ, ਇਹਦਾ ਬਹੁਤ ਮਾੜਾ ਫਲ ਹੋਏਗਾ। ਇੱਕ ਮੈਂ ਗੱਲ ਤੈਨੂੰ ਵੱਡੇ ਵੀਰ ਜੀ ਹੋਰ ਕਹਿਣਾ ਚਾਹੁੰਦਾ, ਤੇ ਉਹ ਬੜੀ ਨੀਤੀ ਦੀ ਗੱਲ ਹੈ। ਪਰ ਜੇ ਤੂੰ ਮੰਨ ਲਵੇਂ, ਜੇ ਤੂੰ ਸਮਝ ਲਵੇਂ, ਤੇ ਮੈਂ ਤੈਨੂੰ ਦੱਸਦਾ ਹਾਂ। ਜਦੋਂ ਵੀਰ ਜੀ ਘਰਾਂ ਦੇ ਵਿੱਚ ਦਰਾੜ ਪੈ ਜਾਂਦੀ ਹੈ, ਘਰ ਟੁੱਟ ਜਾਂਦੇ ਨੇ, ਫੁੱਟ ਜਾਂਦੇ ਨੇ,
ਤੇ ਕੋਈ ਜਸ ਮਾਣ ਵਡਿਆਈ, ਕੋਈ ਸਤਿਕਾਰ ਤੇ ਸੁੱਖ ਨਹੀਂ ਰਹਿ ਜਾਂਦਾ। ਘਰਾਂ ਦੇ ਵਿੱਚ ਜਦੋਂ ਕੰਧਾਂ ਵੱਜ ਜਾਂਦੀਆਂ ਜਾਂ ਲੜਾਈਆਂ ਹੋ ਜਾਂਦੀਆਂ, ਫਿਰ ਔਗਣ ਔਗਣ, ਬੇਇੱਜ਼ਤੀ, ਨਰਾਦਰੀ ਤੇ ਅਬ ਜਸ ਹੀ ਦੁਨੀਆ ਵਿੱਚ ਹੁੰਦਾ ਹੈ। ਥਾਂ ਥਾਂ ਤੇ ਲੋਕ ਹੱਸਣਗੇ, ਦੁਰ ਕਰਨਗੇ, ਤ੍ਰਿਸ ਕਰਨਗੇ, ਸਤਿਕਾਰ ਨਹੀਂ ਕਰਨਗੇ। ਹੁਣ ਤੇ ਚਲੋ ਆਪਣਾ ਸਤਿਕਾਰ ਹੁੰਦਾ ਵੀ ਚਲੋ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ, ਤੇ ਭਲਕੇ ਜੇ ਘਰ ਫੁੱਟ ਗਿਆ, ਆਪਾਂ ਤਿੰਨੇ ਭਰਾ ਲੜ ਪਏ, ਆਪਸ ਵਿੱਚ ਝਗੜ ਗਏ, ਵੱਡੋ ਵੱਡੀ ਹੋ ਗਏ, ਤੇ ਕਿਸੇ ਨੇ ਸਤਿਕਾਰ ਨਹੀਂ ਦੇਣਾ, ਸਗੋਂ ਉਂਗਲਾਂ ਕਰਨਗੇ। ਤੇ ਤੂੰ ਤੇ ਸਿਆਣਾ, ਮੇਰੇ ਨਾਲ ਵੱਡਾ, ਨਾਲੇ ਝਾਤ ਮਾਰ ਕੇ ਦੇਖ, ਪਿਛੋਕੜ ਵੇਖ। ਸਾਡੇ ਤੋਂ ਪਹਿਲਾਂ ਵੀ ਦੁਨੀਆ ਵਿੱਚ ਬੜੇ ਲੋਕ ਆਏ, ਬੜੇ ਵੱਡੇ ਵੱਡੇ ਰਾਜੇ, ਪਾਤਸ਼ਾਹ, ਅਮੀਰ ਲੋਕ, ਪਰ ਜਦੋਂ ਉਹਨਾਂ ਦੇ ਘਰਾਂ ਵਿੱਚ ਬਖਾਂਦ ਪੈ ਗਿਆ, ਆਪਸ ਵਿੱਚ ਝਗੜਾ ਚੱਲਿਆ, ਲੜਾਈ ਹੋ ਗਈ, ਤੇ ਕੀ ਹੋਇਆ? ਕੁਝ ਵੀ ਨਹੀਂ ਹੋਏ ਬਚਿਆ। ਨਾ ਤਖਤ ਬਚੇ, ਨਾ ਤਾਜ ਬਚੇ, ਨਾ ਵਡਿਆਈ, ਨਾ ਧਨ ਪਦਾਰਥ। ਪਰਿਵਾਰਾਂ ਦੇ ਪਰਿਵਾਰ ਉਜੜ ਗਏ ਸਨ। ਇਸ ਕਰਕੇ ਸਿਆਣੇ ਕਹਿੰਦੇ ਵੀ ਮਿਲਾਪ ਦੇ ਵਿੱਚ ਹੀ, ਸਹਿਯੋਗ ਦੇ ਵਿੱਚ ਹੀ, ਏਕਤਾ ਦੇ ਵਿੱਚ ਹੀ ਵਾਧਾ ਤੇ ਬਲ ਹੈ। ਟੁੱਟ ਕੇ ਬੰਦੇ ਦੇ ਵਿੱਚ ਔਗਣ ਆ ਜਾਂਦੇ ਨੇ, ਬਖਾਂਦ ਪੈ ਜਾਂਦਾ ਹੈ, ਝੋਰਾ ਚਿੰਤਾ ਹੀ ਪੱਲੇ ਰਹਿ ਜਾਂਦਾ ਹੈ, ਤੇ ਸਾਰਾ ਕੁਝ ਖਤਮ ਹੋ ਜਾਂਦਾ ਹੈ। ਤੇ ਨਾਲੇ ਤੁਸੀਂ ਜਾ ਕੇ ਤੁਰਕਾਂ ਦੇ ਅੱਗੇ ਹੱਥ ਜੋੜੋਗੇ, ਗੁਰੂ ਰਾਮਦਾਸ ਜੀ ਦੇ ਪੁੱਤਰ ਹੋ ਕੇ, ਸਾਡੇ ਵੱਡੇ ਭਰਾ ਹੋ ਕੇ, ਉਹਨਾਂ ਨੂੰ ਪੈਸੇ ਦਿਓਗੇ ਤੇ ਆਪਣੇ ਭਰਾ ਨੂੰ ਮਾਰਨ ਵਾਸਤੇ। ਇਹ ਕੋਈ ਗੱਲਾਂ ਚੰਗੀਆਂ ਨਹੀਂ ਹਨ। ਸਿਆਣੇ ਕਹਿੰਦੇ ਨੇ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੇ ਨੇ। ਤੇ ਨਾਲੇ ਵੇਖ ਵੀਰੇ, ਇਤਿਹਾਸ ਗਵਾਹ, ਜਦੋਂ ਜਦੋਂ ਭਰਾ ਭਰਾ ਲੜੇ ਤੇ ਕੀ ਬਚਿਆ? ਕੁਝ ਵੀ ਨਹੀਂ ਮਿਲਿਆ। ਘਰਾਂ ਦੇ ਘਰ ਉਜੜ ਗਏ, ਕਤਲ ਹੋ ਗਏ, ਪਰਿਵਾਰਾਂ ਦੇ ਪਰਿਵਾਰ ਖਿਲਰ ਗਏ, ਖੇਰੂ ਖੇਰੂ ਹੋ ਗਏ। ਕਿਉਂ ਨਹੀਂ ਤੁਸੀਂ ਸਮਝਦੇ, ਜਾਣਦੇ? ਸੰਸਾਰ ਦੇ ਵਿੱਚ ਪ੍ਰਗਟ ਹੈ ਗੱਲਾਂ। ਇਸ ਕਰਕੇ ਮੈਂ ਤੁਹਾਨੂੰ ਅਜੇ ਵੀ ਬੇਨਤੀ ਕਰਦਾ ਹਾਂ ਵੀ क्षमा ਮੰਗ ਲੈਣੀ, ਖਿਮਾ ਮੰਗ ਲੈਣੀ ਕੋਈ ਮਾੜੀ ਗੱਲ ਨਹੀਂ। ਇਸ ਝਗੜੇ ਤੋਂ, ਬਖਾਂਦ ਤੋਂ, ਆਉਣ ਵਾਲੇ ਦੁਖਦਾਈ ਸਮੇਂ ਤੋਂ ਬਚ ਜਾਵਾਂਗੇ ਸਾਰੇ। ਉੱਥੇ ਜਾ ਕੇ ਮੁਗਲਾਂ ਦੇ ਜਾ ਕੇ ਤਰਲੇ ਮਾਰੋਗੇ, ਹੱਥ ਜੋੜੋਗੇ, ਨਾਲੇ ਪੈਸੇ ਦਿਓਗੇ, ਤੇ ਨੁਕਸਾਨ ਸਾਡਾ ਆਪਣਾ। ਮੈਂ ਤੁਹਾਨੂੰ ਦੱਸ ਦਿੰਦਾ, ਸ਼ਾਇਦ ਤੁਹਾਡੀ ਸਮਝ ਵਿੱਚ, ਤੁਹਾਡੇ ਦਿਮਾਗ ਵਿੱਚ ਆ ਜਾਵੇ, ਸਮੇਂ ਸਮੇਂ 'ਤੇ ਭਰਾਵਾਂ ਭਰਾਵਾਂ ਵਿੱਚ ਜਦੋਂ ਝਗੜੇ ਹੋਏ, ਹੁਣ ਉਦਾਹਰਨਾਂ ਦੇ ਕੇ ਸਮਝਾਇਆ ਬਾਬਾ ਮਹਾਦੇਵ ਜੀ। ਕਹਿਣ ਲੱਗੇ, ਭਰਾਤਾ ਜੀ ਦੇਖੋ, ਬਾਲੀ ਤੇ ਸੁਗਰੀਵ ਦੋ ਭਰਾ ਸੀ, ਆਪਸ ਵਿੱਚ ਲੜ ਪਏ, ਵਿਗੜ ਗਏ। ਤੇ ਬਿਲਕੁਲ ਸੱਚ ਹੋਇਆ ਜੀ, ਦੋਨੋਂ ਭਰਾ ਲੜ ਪਏ ਸੀ ਆਪਸ। ਬਾਲੀ ਦੇ ਵਿੱਚ ਬੜੀ ਤਾਕਤ ਸੀ, ਸੁਗਰੀਵ ਦੇ ਵਿੱਚ ਵੀ ਬੜੀ ਤਾਕਤ ਸੀ, ਪਰ ਆਪਸ ਵਿੱਚ ਉਹਨਾਂ ਦਾ ਵਿਰੋਧ ਹੋ ਗਿਆ, ਲੜ ਪਏ। ਇੱਕ ਦੂਜੇ ਦਾ ਭੇਦ ਦੱਸ ਦਿੱਤਾ। ਰਾਵਣ ਨੇ, ਖਿਮਾ ਕਰਿਓ, ਰਾਮਚੰਦਰ ਨੇ ਫਿਰ ਲੋਕ ਕੇ ਸੁਗਰੀਵ ਦੀ ਮਦਦ ਕਰਦਿਆਂ ਬਾਲੀ ਦੇ ਤੀਰ ਮਾਰਿਆ ਸੀ। ਭਰਾ ਨੇ ਭਰਾ ਨੂੰ ਮਰਵਾ ਦਿੱਤਾ ਵੀ ਅਸੀਂ ਜਦੋਂ ਦੋਵੇਂ ਲੜਦੇ ਹੋਵਾਂਗੇ ਭਰਾ, ਤੇ ਤੂੰ ਪਿੱਛੋਂ ਤੀਰ ਮਾਰ। ਰਾਮਚੰਦਰ ਨੇ ਤੀਰ ਮਾਰ ਕੇ ਤੇ ਫਿਰ ਗੁਰਮੁਖ ਪਿਆਰਿਓ ਮਾਰ ਦਿੱਤਾ ਸੀ।
ਪਰ ਝਗੜਾ ਦੋਵਾਂ ਭਰਾਵਾਂ ਦਾ ਸੀ। ਗੱਲ ਜਦੋਂ ਬਾਹਰ ਆ ਗਈ, ਉਹਨਾਂ ਨੇ ਸੁਗਰੀਵ ਦੀ ਮਦਦ ਲੈਣੀ ਸੀ। ਸੀਤਾ ਨੂੰ ਰਾਵਣ ਲੈ ਗਿਆ ਸੀ ਅਤੇ ਗੁਰਮੁਖ ਪਿਆਰਿਓ ਸੁਗਰੀਵ ਦੀ ਮਦਦ ਲੈਣੀ ਸੀ ਰਾਮ ਨੇ। ਉਹਨਾਂ ਦੋਨਾਂ ਭਰਾਵਾਂ ਦਾ ਆਪਸ ਵਿੱਚ ਝਗੜਾ ਸੀ। ਉਹ ਕਹਿੰਦਾ ਵੀ ਸਾਡਾ ਝਗੜਾ ਨਿਬੇੜ ਦੇ, ਮੈਂ ਤੇਰੀ ਮਦਦ ਕਰਦਾ। ਇੱਦਾਂ ਜਿਹੜਾ ਸੀ ਉਹ ਬਾਲੀ ਮਾਰਿਆ ਗਿਆ। ਵੈਸੇ ਬਾਲੀ ਦੇ ਅੱਗੇ ਬਲ ਬੜਾ ਸੀ, ਜਿਹੜਾ ਅੱਗੇ ਆਉਂਦਾ ਸੀ ਉਹਦਾ ਬਲ ਖਿੱਚ ਲੈਂਦਾ ਸੀ, ਉਹ ਬੜੀ ਤਾਕਤ ਦਾ ਮਾਲਕ ਸੀ। ਅਤੇ ਮੰਨਿਆ ਜਾਂਦਾ ਵੀ ਰਾਮ ਚੰਦਰ ਨੇ ਓਹਲੇ ਹੋ ਕੇ ਲੁਕ ਕੇ ਤੀਰ ਮਾਰੇ ਅਤੇ ਸੁਗਰੀਵ ਖੁਸ਼ ਹੋ ਗਿਆ ਵੀ ਮੇਰੀ ਮਦਦ ਕੀਤੀ ਹੈ। ਅਤੇ ਕੀ ਹੋਇਆ, ਭਰਾ ਆਪਣਾ ਮਰਾ ਬੈਠਾ। ਇਹ ਪਹਿਲੀ ਉਦਾਹਰਨ ਮਹਾਦੇਵ ਨੇ ਦੇਣਾ ਕੀਤੀ। ਰਾਵਣ ਭੇਦ ਵਿਭੀਸ਼ਣ ਦੀਨਸ। ਰਾਵਣ ਦਾ ਭਰਾ ਸੀ ਵਿਭੀਸ਼ਣ, ਤੇ ਆਪਸ ਵਿੱਚ ਦੋਨਾਂ ਦੀ ਖਟਪਟੀ ਹੋ ਗਈ, ਆਪਸ ਵਿੱਚ ਵਿਰੋਧ ਹੋ ਗਿਆ ਜੀ। ਤੇ ਵਿਭੀਸ਼ਣ ਨੇ ਸਾਰਾ ਹੀ ਭੇਦ ਆਣ ਕੇ ਦੱਸ ਦਿੱਤਾ ਰਾਮ ਨੂੰ। ਇੱਥੋਂ ਹੀ ਗੱਲ ਬਣੀ ਹੈ ਜੀ, ਘਰ ਦਾ ਭੇਤੀ ਲੰਕਾ ਢਾਏ। ਅੱਜ ਤੱਕ ਆਪਾਂ ਬੋਲ ਕਹਿੰਦੇ ਹਾਂ, ਕੀ ਕਹਿੰਦੇ ਜੀ, ਘਰ ਦਾ ਭੇਤੀ ਲੰਕਾ ਢਾਏ। ਉਦੋਂ ਦਾ ਹੀ ਬੋਲ ਬਣਿਆ ਹੋਇਆ। ਤੇ ਕੀ ਹੋਇਆ ਜੀ, ਰਾਵਣ ਦੀ ਮੌਤ ਹੋਈ, ਮਾਰਿਆ ਗਿਆ। ਇਸ ਵਿਭੀਸ਼ਣ ਨੇ ਆਣ ਕੇ ਦੱਸਿਆ ਸੀ ਮੇਰੇ ਭਰਾ ਦਾ ਅੰਤ ਉਹਦੀ ਧੁਨੀ ਵਿੱਚ ਤੀਰ ਮਾਰਿਆ ਹੋਣਾ, ਇਸ ਢੰਗ ਨਾਲ ਮਾਰੋ ਤੇ ਮਰਨਾ, ਉੱਦਾਂ ਨਹੀਂ ਉਹਨੇ ਮਰਨਾ। ਤੇ ਪਤਾ ਲੱਗ ਗਿਆ ਜੀ ਅਗਲਿਆਂ ਨੇ ਤੀਰ ਮਾਰਿਆ, ਇੱਦਾਂ ਸੁਗਰੀਵ ਦੇ ਭਰਾ ਬਾਲੀ ਨੂੰ ਮਾਰਿਆ, ਇੱਦਾਂ ਰਾਵਣ ਨੂੰ ਮਾਰਿਆ। ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਜੋਏ ਕਹਿੰਦੀ ਜੀ ਘਰ ਵਾਲੀ ਨੂੰ, ਕਹਿੰਦੇ ਰਾਮ ਚੰਦਰ ਆਪਣੀ ਘਰ ਵਾਲੀ ਗਵਾ ਬੈਠਾ। ਇਹ ਬਾਣੀ ਦਾ ਵਚਨ ਹੈ। ਸਰਬਰ ਦਾ ਅਰਥ ਹੈ ਲੜਾਈ। ਰਾਵਣ ਸੇਤੀ, ਰਾਵਣ ਦੇ ਨਾਲ ਲੜਾਈ ਹੋਈ। ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਹਿੰਦੂ ਅੰਨਾ ਤੁਰਕੂ ਕਾਣਾ, ਦੋਨਾਂ ਤੇ ਗਿਆਨੀ ਸਿਆਣਾ। ਮਹਾਦੇਵ ਕਹਿਣ ਲੱਗੇ ਪ੍ਰਿਥਵੀ ਚੰਦ ਭਰਾ ਜੀ ਦੇਖੋ, ਇਹ ਦੂਜੀ ਮੈਂ ਤੁਹਾਨੂੰ ਗੱਲ ਦੱਸਦਾ। ਰਾਵਣ ਦਾ ਅਤੇ ਵਿਭੀਸ਼ਣ ਦਾ ਆਪਸੀ ਵਿਰੋਧ ਹੋਇਆ, ਅਤੇ ਵਿਭੀਸ਼ਣ ਨੇ ਆਣ ਕੇ ਰਾਮ ਚੰਦਰ ਨੂੰ ਦੱਸ ਦਿੱਤਾ ਸਾਰਾ ਹੀ ਭੇਦ ਆਪਣੇ ਘਰ ਦਾ, ਪਰਿਵਾਰ ਦਾ, ਭਰਾ ਦਾ। ਅਤੇ ਭਰਾਵਾਂ ਵਿੱਚ ਤੇ ਲੜਾਈ ਹੋਈ ਸੀ। ਰਾਵਣ ਦਾ ਅੰਤ ਵੀ ਹੋਇਆ। ਫਿਰ ਤੀਸਰੀ ਉਦਾਹਰਨ ਦਿੱਤੀ, ਕਹਿੰਦੇ ਭਰਾਤਾ ਜੀ ਤੁਹਾਨੂੰ ਪਤਾ ਮਹਾਭਾਰਤ ਦਾ ਯੁੱਧ ਹੋਇਆ, ਕੈਰਵ ਅਤੇ ਪਾਂਡਵ ਭਰਾ ਸੀ। ਸਤਨਾਮ ਵਾਹਿਗੁਰੂ। ਇਹ ਤਾਂ ਬਾਣੀ ਦੇ ਵਿੱਚ ਉਦਾਹਰਨਾਂ ਸਾਰੀਆਂ ਆਈਆਂ। ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ। ਪਾਂਡਵ ਕਹਿੰਦੇ ਸੀ ਹਸਤਨਾਪੁਰ ਦਿੱਲੀ ਦੀ ਧਰਤੀ ਸਾਡੀ ਹੈ, ਅਤੇ ਕੈਰਵ ਕਹਿੰਦੇ ਸੀ ਸਾਡੇ ਤੁਸੀਂ ਮਾਮੇ ਦੇ ਲੱਗਦੇ ਪੁੱਤ, ਤੁਸੀਂ ਕੀ ਲੱਗਦੇ ਹੋ, ਭਾਵ ਸਾਡੀ। ਮੇਰੀ ਉਹ ਮੇਰੀ ਤੋਂ ਝਗੜਾ ਹੋ ਗਿਆ ਜੀ। 18 ਦਿਨ ਮਹਾਭਾਰਤ ਦਾ ਜੰਗ ਚੱਲਿਆ, ਅਤੇ ਮਹਾਭਾਰਤ ਦੇ 18 ਲੈਸਨ ਨੇ, ਅਤੇ ਜੰਗ ਵੀ ਭਰਾਵਾਂ ਦੇ ਵਿੱਚ। ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ। ਦੇਹੀ ਗਿਰਜਨ ਖਾਈ ਸਰਬ सोयन की लंका होती। रावण से अधकाई कहाँ पयो दर बांधे हाथी, खिन में भई पराई। ये दोवें उदाहरण इत्थे आईयां। दोवें उदाहरण बाणी विच भगत नामदेव जी दित्तियां। ये तिन्नां परिवारां दीयां 3 घटनावां दीयां उदाहरणां दित्तियां महादेव ने, ते दस्सिया भी वो भरा सी तिन्ने ही, विभीषण ते रावण, बाली ते सुग्रीव, ते गुरमुख प्यारो कौरव ते पांडव। पर जदों आपसी फुट घर विच झगड़ा हो गया ते सारा कुछ सत्यानाश होया।
इस करके प्रथवी चंद भरा जी जदों वड्डे वड्डे अमीर ते राजे महाराजे लड़ लड़ के इदां उन्हां दा नाश हो गया, छोटियां दी गल मैं तैनूं की दसां। भाव जिन्हां दे घर लड़ाई पै जांदी, भरावां भरावां विच फुट पै जांदी, भावें वड्डे होण ते भावें छोटे, कुछ भी नहीं बचदा। इस करके मैं वीर जी तुहानूं समझाउणा, बेनती करदा भी मेरी गल नूं बड़े सहज दे नाल, ठरमे दे नाल समझो। इस करके जदों कोई बंदा घर परिवार की गल बाहर जाके दसदा है, लोग तो मश्करियां करते हैं, मखौल करते हैं ते नाले भेद लै लेंदे ने, होर उस झगड़े नूं वीरे प्रचंड कर देंदे ने। झगड़ा कौन निपटाउंदा? लोग तो मखौल देखते, तमाशा देखते। एक विद्वान ने बहुत सोहना लिखिया जी कि जिन्हां परिवारां विच घरां विच चंगे मनुख ने, सियाणे मनुख ने, तो किवें परिवार नूं इकट्ठा करके रखते। सोई सुहागा सुगड़ नर करे अनेक से एक, ये तीन चीज़ां जी, सोई सुहागा ते सुगड़ नर, सियाणा मनुख। सोई भी बहुत सारे फटे कपड़िਆਂ ਨੂੰ इकट्ठा करके जोड़ देंदी है, सूट बना देंदी। कैंची जिहड़ी वो कट के रख देंदी है तो सूई जोड़ के रख देंदी। ते सुहागा भी पैली दे विच किन्ने ढेले पए हुंदे मिट्टी दे, ते सुहागा लंघ जावे सारिਆਂ ਨੂੰ ऐ ਇੱਕੋ ਜਿਹਾ कर जांदा है। सतनाम वाहिगुरू। सूई भी बहुत सारे कपड़े के टुकड़िਆਂ ਨੂੰ एक कर जाती है, सुहागा बहुत सारे मिट्टी के ढेलिਆਂ ਨੂੰ एक कर जाता है। तो कहते परिवार में कोई सियाणा मनुख होवे सारे जीवां ਨੂੰ इकट्ठा करके रखदा। हुण इस तो उल्ट सोई सुहागा सुगड़ नर करे अनेक से एक, निंदक कलवतरी दुष्ट नर करे एक से अनेक। निंदक बंदा होवे, दुष्ट बंदा होवे ते आरी, ये टुकड़े करके रख देंगे है जी, परिवारां दे परिवार खत्म कर देंगे। दुष्ट बंदे भी बलदी ते होर अग सुट जाणगे कि सचमुच तेरे भरा ने तैनूं थोड़ा दिता जी, तेरे बापू ने तैनूं थोड़ा दिता, दूजे नूं वध दे गए। तो माड़ा जिहा कहण दी लोड़ है जी, अगे मनुख नूं हुंदा भी मैनूं थोड़ा दिंदे, समझो भी अग मची मची। आरी भी कहंदे एक लकड़ दे किन्ने पीस करके रख देंदी। ते दुष्ट बंदे भी ते निंदक बंदे भी, सियाणे कहंदे भी चुकना ते पत्थर पार दिंदी है। इस करके घर विच रहना, परिवार विच रहना, गुरमुख प्यारिओ भावें सूक्ष्म गल्लां ने निक्कियां निक्कियां, पर है बहुत कीमती। कई लोग वाधे नूं पैंदे पैंदे जिहड़ा कोल हुंदा वो भी गुरमुख प्यारिओ गवा बैंदे ने। सो महादेव जी बड़े सियाणे ते बड़े सोहणे ढंग नाल समझा रहे सी। भावें पृथ्वी चंद वड्डा है, ये जरूरी नहीं हुंदा गुरमुख प्यारिओ कोई शरीर करके जां उम्र करके कोई बंदा वड्डा होवे, ये जरूरी नहीं। एक छोटे बच्चे विच भी बड़े गुण हो सकते हैं, बड़ी वड्डी अकल हो सकती। शायद अगे भी मैं हो सकता है आप जियां दे नाल वो छोटा जिहा एक प्रसंग है साझा कीता होवे, चलो फिर कर दिंदे हां। कहंदे एक बजुर्ग बाबा बैठा होया सी बड़ा उदास चिंता दे विच। उहदा एक छोटा जिहा पोतरा आया, छोटी उम्र सी, कहन लगा बापू क्यों चिंता विच बैठा, क्यों उदास है, की गल है? कहन लगा पुत तू खेड़ जाके। उन्हें फिर पूछा बापू जी दसो तो सही की चिंता है, की झोरा, मैनू दसो आखिर नूं तुहाडा पोतरा। कहन लगा पुत तू खेड़ जाके, तू साडे मसलियां नूं की हल करना, तू साडी चिंता की दूर करनी, तेरे खेडण मल्ले दे जा, जिवें बंदा गुस्से विच कह दिंदा। उन्हें तीसरी कहा बाबा दस ते सही की चिंता है, की झोरा है? विद्वान लिखते ने उस बजुर्ग ने आखिया भी आ चिंता ही, मेरा खोता भी भुखा ही, मैं भी भुखा,
ਤੇ ਮੇਰੇ ਕੁੱਕੜ ਰੱਖੇ ਉਹ ਵੀ ਭੁੱਖੇ ਨੇ। ਉਹ ਪੋਤਾ ਕਹਿੰਦਾ ਬਾਪੂ ਇਹ ਕਿਹੜੀ ਗੱਲ, ਲਿਆ ਮੈਨੂੰ ਇੱਕ 50 ਪੈਸੇ ਦੇ, ਤੁਹਾਨੂੰ ਸਾਰਿਆਂ ਨੂੰ ਰਜਾ ਦਾਂਗਾ। ਉਹ ਕਹਿਣ ਲੱਗਾ ਤੂੰ ਪੋਤਰਾ ਮੇਰਾ, ਮੈਂ ਬਾਪੂ ਤੇਰਾ, ਤੂੰ ਕਿੱਦਾਂ ਰਜਾ ਦੇਂਗਾ, ਪੈਸੇ ਮੇਰੇ ਕੋਲ 50 ਪੈਸੇ ਨੇ। ਉਹ ਕਹਿੰਦਾ ਬਾਪੂ ਲਿਆ ਕੇ ਦੇ ਤੇ ਸਹੀ ਮੈਨੂੰ ਪੈਸੇ, ਲਿਆ, ਤੁਹਾਡਾ ਸਾਰਿਆਂ ਦਾ ਹੱਲ ਕਰ ਦੇਣਾ। ਵਿਦਵਾਨ ਸੱਜਣ ਕਹਿੰਦੇ ਨੇ ਉਹ ਪੈਸੇ ਲੈ ਕੇ 50 ਪੈਸੇ ਤੇ ਬਾਜ਼ਾਰ ਵਿੱਚ ਗਿਆ। ਉਹਨੇ ਗੁਰਮੁਖ ਪਿਆਰਿਓ ਹਦਵਾਣੇ ਲਿਆਂਦੇ ਪੈਸੇ 50 ਪੈਸਿਆਂ ਦੇ। ਕਹਿਣ ਲੱਗਾ ਬਾਪੂ ਇਹਦੀ ਜਿਹੜੀ ਗਿਰੀ ਆ ਕੱਢ ਕੇ ਤੂੰ ਖਾ ਲੈ, ਇਹ ਜਿਹੜੇ ਬੀਜ ਹੋਣਗੇ ਉਹ ਕੁੱਕੜਾਂ ਨੂੰ ਪਾ ਦੀ ਤੇ ਛੱਲਣਾ ਖੋਤੇ ਨੂੰ ਪਾ ਦੀ, ਆਖੋ ਸਤਨਾਮ, ਤੁਸੀਂ ਤਿੰਨੇ ਰੱਜ ਜਾਓਗੇ। ਤੇ ਬਜ਼ੁਰਗ ਵਾਕਿਆ ਬੜਾ ਹੈਰਾਨ ਹੋਇਆ ਵੀ ਤਿੰਨੇ ਇੱਕੇ ਮਸਲੇ ਵਿੱਚ ਹੱਲ ਕਰ ਗਏ। ਬਜ਼ੁਰਗ ਨੇ ਗਿਰੀ ਕੱਢ ਕੇ ਆਪ ਛਕ ਲਈ, ਛਿੱਲੜਾਂ ਜਿਹੜੀਆਂ ਸੀ ਖੋਤੇ ਨੂੰ ਪਾ ਦਿੱਤੀਆਂ। ਤੇ ਸ਼ੇਖ ਸ਼ਾਦੀ ਜੀ ਲਿਖਦੇ ਨੇ ਜਿਹੜੇ ਬੀਜ ਸੀ ਉਹ ਕੁੱਕੜਾਂ ਨੂੰ ਪਾ ਕੇ ਤੇ ਕੁੱਕੜਾਂ ਨੂੰ ਰਜਾ ਦਿੱਤਾ। ਮੈਂ ਤਾਂ ਬੇਨਤੀ ਕਰਦਾ ਹਾਂ, ਜ਼ਰੂਰੀ ਨਹੀਂ ਵੀ ਉਮਰ ਕਰਕੇ ਜਾਂ ਸਰੀਰ ਕਰਕੇ ਵੱਡਾ ਤੇ ਵੱਡਾ ਨਹੀਂ, ਇਸੇ ਗੱਲ ਕਰਕੇ ਤੇ ਵਿਦਵਾਨਾਂ ਦਾ ਇੱਕ ਬੋਲ ਹੈ, ਮੁਹਾਵਰਾ ਆਪਾਂ ਰੋਜ਼ਾਨਾ ਹੀ ਅਕਸਰ ਸਮਾਜ ਵਿੱਚ ਪੜ੍ਹਦੇ, ਅਕਲ ਬੜੀ ਕੇ ਬੈਂਸ। ਇਹ ਦਿਮਾਗ ਹੋ ਸਕਦਾ ਛੋਟੇ ਬੱਚੇ ਦਾ ਸਾਡੇ ਨਾਲੋਂ ਕਿਤੇ ਗੁਣਾ ਵੱਧ ਨਿਕਲ ਜਾਵੇ। ਸੋ ਖੈਰ, ਭਾਵੇਂ ਛੋਟੇ ਸੀ ਬਾਬਾ ਮਹਾਦੇਵ, ਪਰ ਉਹਨਾਂ ਨੇ ਸਮਝਾਉਣਾ ਕੀਤਾ ਵੀ ਆਪਾਂ ਝਗੜਾ ਨਾ ਪਾਈਏ ਘਰ ਵਿੱਚ। ਨਾਲੇ ਕਿਉਂ ਪਾਈਏ, ਇੱਕ ਹੀ ਪੁੱਤ ਦੇ ਇੱਕ ਹੀ ਪਿਤਾ ਦੇ ਆਪਾਂ ਪੁੱਤਰ ਹਾਂ। ਅਰਜਨ ਦੇਵ ਵੀ ਤੇ ਸਾਡਾ ਭਰਾ ਹੈ ਨਾ, ਅਸੀਂ ਉਹਦੇ ਭਰਾ ਹਾਂ। ਤੇ ਕਿਉਂ ਆਪਣੇ ਭਰਾ ਨੂੰ ਆਪਾਂ ਦਿੱਲੀਓਂ ਲਿਆ ਕੇ ਫੌਜਾਂ ਮਰਵਾਉਣਾ ਹੈ। ਇਸ ਕਰਕੇ ਭਰਾ ਜੀ ਤੁਹਾਨੂੰ ਮੈਂ ਦੱਸਿਆ ਹੈ ਵੀ ਇਹ 3 ਉਦਾਹਰਨਾਂ ਦੇ ਕੇ ਕਿ ਭਰਾਵਾਂ ਵਿੱਚ ਝਗੜੇ ਹੋਏ ਤੇ ਕੀ ਬਚਿਆ ਕੀ ਮਿਲਿਆ, ਉਜਾੜਾ ਹੀ ਹੋਇਆ। ਬਾਣੀ ਵਿੱਚ ਲਿਖ ਦਿੱਤਾ ਗਿਆ ਜੀ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਬੜਾ ਵੱਡਾ ਪਰਿਵਾਰ ਸੀ ਜੀ ਰਾਵਣ ਦਾ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਪਰ ਉਦਾਹਰਨ ਦਿੱਤੀ ਹੈ ਕਬੀਰ ਸਾਹਿਬ ਜੀ, ਕਹਿੰਦੇ ਉਹਨਾਂ ਦੇ ਘਰ ਦੀਵਾ ਜਗਾਉਣ ਵਾਲਾ ਨਹੀਂ ਸੀ ਬਚਿਆ। ਇਹ ਸਾਰੇ ਹੀ ਖਤਮ ਕਰ ਗਏ, ਲੜ ਲੜ ਕੇ ਮਰ ਗਏ। ਤੇ ਭਰਾ ਜੀ ਲੜਾਈ ਦੇ ਵਿੱਚ ਕਿਸੇ ਨੇ ਕੀ ਖੱਟਿਆ, ਕਿਸੇ ਨੂੰ ਵਾਧਾ ਹੋਇਆ ਅੱਜ ਤੱਕ? ਲੋਕ ਤਾਂ ਐਵੇਂ ਕਹਿ ਦਿੰਦੇ ਜੀ ਭੱਜਦਿਆਂ ਨੂੰ ਵਾਹਣ ਇੱਕ ਹੋ ਜਾਏ। ਨਾਲੇ ਵਾਹਣ ਦੇ ਵਿੱਚ ਭੱਜਣਾ ਸੌਖਾ ਹੁੰਦਾ ਜੀ, ਲੱਤਾਂ ਫੁੱਲ ਜਾਂਦੀਆਂ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਕਚਹਿਰੀਆਂ ਚੱਕਰ ਲਾਉਣੇ, ਭੱਜੇ ਨੱਠੇ ਫਿਰਨਾ ਕਿ ਸੌਖੀਆਂ ਗੱਲਾਂ? ਦਾਦਿਆਂ ਤੋਂ ਪੋਤਰਿਆਂ ਤੱਕ ਚਲੇ ਜਾਂਦਾ ਜੀ ਖਿਲਾਰਾ, ਤੇ ਮੁੱਕਦਾ ਫਿਰ ਵੀ ਨਹੀਂ। ਮਹਾਦੇਵ ਜੀ ਕਹਿ ਰਹੇ ਸੀ ਨੁਕਸਾਨ ਹੀ ਨੁਕਸਾਨ ਹੈ ਭਰਾ ਜੀ, ਤੇ ਖਾਸ ਕਰਕੇ ਭਰਾਵਾਂ ਦੀ ਲੜਾਈ ਵਿੱਚ ਇਸ ਕਰਕੇ ਤੁਸੀਂ ਇਹਨਾਂ ਚਿੰਤਾਵਾਂ ਨੂੰ, ਝੋਰਿਆਂ ਨੂੰ, ਨਿੱਕੀਆਂ ਨਿੱਕੀਆਂ ਗੱਲਾਂ ਨੂੰ ਛੱਡ ਦਿਓ ਤੇ ਨਿਰਾ ਮਾਇਆ ਦਾ ਧਿਆਨ ਨਾ ਰੱਖਿਆ ਕਰੋ, ਜਾਂ ਇਹੀ ਨਾ ਕਿਹਾ ਕਰੋ ਵੀ ਮੈਂ ਵੱਡਾ, ਵੀ ਮੈਨੂੰ ਇਹ ਜਿਹੜਾ ਧਨ ਪਦਾਰਥ ਜਾਂ ਗੁਰਤਾ ਗੱਦੀ ਮਿਲੇ। ਆਪਾਂ ਜਾਵਾਂਗੇ ਦਿੱਲੀ, ਫੌਜ ਆਵੇ ਕਿ ਨਾ ਆਵੇ, ਤੁਹਾਡਾ ਮਸਲਾ ਹੋਵੇ ਕਿ ਨਾ ਹੱਲ ਹੋਵੇ, ਰਾਤ ਦਿਨੇ ਝੂਰਦੇ ਰਹੋਗੇ, ਚਿੰਤਾ ਵਿੱਚ ਰਹੋਗੇ। ਜੇ ਸਾਡੇ ਭਰਾਤਾ ਜੀ ਨੂੰ ਉੱਥੇ ਫੌਜ ਨੇ ਆਣ ਕੇ ਕੈਦ ਕਰ ਲਿਆ ਜਾਂ ਮਾਰ ਲਿਆ, ਤੇ ਫਿਰ ਕੀ ਅਸੀਂ ਸੁਖੀ ਹੋ ਜਾਵਾਂਗੇ? ਕਿ ਸਾਰਾ ਬਖਾਂਦ ਝਗੜਾ ਮੁੱਕ ਜਾਏਗਾ? ਕਿ ਸਾਡੇ ਭਰਾ ਦਾ ਪੁੱਤ ਵੱਡਾ ਹੋ ਕੇ ਬਦਲਾ ਨਹੀਂ ਲਏਗਾ? ਇਸ ਕਰਕੇ ਸਾਰਾ ਕੁਝ ਤੁਸੀਂ ਠੰਡੇ ਦਿਮਾਗ ਦੇ ਨਾਲ ਸੋਚੋ, ਵਿਚਾਰੋ, ਗੱਲ ਨੂੰ ਕੈਚ ਕਰੋ।
ਸਾਡੇ ਪਿਤਾ ਜੀ ਨੇ, ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕੀ ਨਹੀਂ ਦਿੱਤਾ। ਉਹਨਾਂ ਦੀ ਮਹਿਮਾ ਹੈ, ਉਹਨਾਂ ਦੀ ਵਡਿਆਈ ਹੈ। ਵੱਡੇ ਵੱਡੇ ਰਾਜੇ ਮਹਾਰਾਜੇ ਬਾਦਸ਼ਾਹ ਅਮੀਰ ਲੋਕ ਸਤਿਗੁਰਾਂ ਦੇ ਅੱਗੇ, ਸਾਡੇ ਪਿਤਾ ਜੀ ਦੇ ਅੱਗੇ ਝੁਕਦੇ ਰਹੇ। ਅਸੀਂ ਜਾ ਕੇ ਹੁਣ ਉਹਨਾਂ ਦੇ ਅੱਗੇ ਝੁਕੀਏ ਤੇ ਕੋਈ ਵਡਿਆਈ ਵਾਲੀ ਗੱਲ ਥੋੜ੍ਹਾ। ਮੰਨ ਲਓ ਤੁਸੀਂ ਝੁਕ ਕੇ ਹੱਥ ਜੋੜ ਕੇ ਗੁਰਤਾ ਗੱਦੀ ਲੈ ਵੀ ਲੈਂਦੇ ਹੋ ਭਰਾ ਜੀ, ਉੱਥੇ ਪੈਸੇ ਦੇ ਕੇ ਹੱਥ ਜੋੜ ਕੇ ਗੁਰਤਾ ਗੱਦੀ ਲਈ ਗੁਰੂ ਬਣੇ ਤੇ ਸਿੱਖ ਸੰਗਤਾਂ ਨੂੰ ਤੇ ਪਤਾ ਲੱਗ ਜਾਣਾ ਹੈ, ਫਿਰ ਤੁਹਾਡੇ ਅੱਗੇ ਕਿੰਨੇ ਮੱਥਾ ਟੇਕਣਾ ਹੈ? ਆਖੋ ਸਤਨਾਮ। ਲੋਕ ਟੇਕਣਗੇ। ਇਹ ਤੇ ਜਾ ਕੇ ਬਾਦਸ਼ਾਹ ਦੇ ਅੱਗੇ ਝੁਕਦਾ ਮੱਥਾ ਟੇਕ ਕੇ ਤੇ ਪੈਸੇ ਲੈ ਕੇ ਗੁਰੂ ਬਣਿਆ। ਲੋਕਾਂ ਨੇ ਤੁਹਾਨੂੰ ਮੱਥਾ ਨਹੀਂ ਟੇਕਣਾ, ਨਾਲੇ ਇੱਦਾਂ ਗੁਰੂ ਨਹੀਂ ਬਣਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਪਿਤਾ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਮਹਿਮਾ ਵਡਿਆਈ ਹੈ। ਉਹਨਾਂ ਦਾ ਸਤਿਕਾਰ ਬਣਿਆ ਤੇ ਉਹ ਸਤਿਕਾਰ ਬਣਿਆ ਰਹਿਣਾ ਚਾਹੀਦਾ ਹੈ। ਤੇ ਜੇ ਅਸੀਂ ਨਹੀਂ ਬਣਾਵਾਂਗੇ ਤੇ ਫਿਰ ਕੌਣ ਬਣਾਵੇਗਾ? ਸਾਡਾ ਫਰਜ਼ ਬਣਦਾ ਹੈ। ਇਸ ਕਰਕੇ ਵੀਰ ਜੀ ਮੇਰੀ ਬੇਨਤੀ ਪ੍ਰਵਾਨ ਕਰੋ। ਵੇਖਾਂਗੇ ਸਾਧ ਸੰਗਤ, ਬਾਬਾ ਮਹਾਦੇਵ ਜੀ ਨੇ ਬਹੁਤ ਜ਼ੋਰ ਲਾਇਆ ਦਿਲੋਂ। ਐਸੇ ਕਈ ਜ਼ਿਆਦਾ ਨਹੀਂ ਹੁੰਦੇ ਗੁਰਮੁਖ ਪਿਆਰਿਓ, ਬਿਲਕੁਲ ਬਹੁਤ ਵਿਰਲੇ ਤੇ ਘੱਟ ਲੋਕ ਨੇ ਜਿਹੜੇ ਚਾਹੁੰਦੇ ਵੀ ਲੜਾਈ ਹੋਵੇ ਨਾ, ਬਖਾਂਦ ਪਵੇ ਨਾ। ਬਾਣੀ ਦਾ ਇੱਕ ਬਚਨ ਹੈ, ਵਾਦੀ ਬਿਨਸੈ ਖੋਜੀ ਉਪਜੈ। ਜਿੱਥੇ ਵਾਦ ਵਿਵਾਦ ਹੈ, ਝਗੜਾ ਹੈ, ਉੱਥੇ ਵਿਨਾਸ਼ ਹੀ ਵਿਨਾਸ਼ ਹੈ। ਉੱਥੇ ਤਰੱਕੀ ਨਹੀਂ ਹੋ ਸਕਦੀ, ਵਾਧਾ ਨਹੀਂ ਹੋ ਸਕਦਾ। ਪਰ ਵਿਰਲੇ ਲੋਕ ਨੇ ਜਿਹੜੇ ਕਹਿੰਦੇ ਵੀ ਝਗੜਾ ਨਾ ਹੋਵੇ, ਨਹੀਂ ਤੇ ਸਾਰਾ ਪਰਿਵਾਰ ਟੁੱਟ ਕੇ ਪੈ ਜਾਂਦੇ ਵੀ ਅਸੀਂ ਤੇਰੇ ਨਾਲੋਂ ਘੱਟ ਹਾਂ, ਤੂੰ ਕੌਣ ਹੋਵੇ ਸਾਨੂੰ ਗੱਲ ਕਹਿਣ ਵਾਲਾ। ਬਹੁਤ ਵਿਰਲੇ ਹੁੰਦੇ ਜੇ, ਘੱਟ ਹੁੰਦੇ ਜਿਹੜੇ ਕਹਿੰਦੇ ਵੀ ਅੱਗ ਨੂੰ ਬੁਝਾ ਦਿਓ, ਲੜਾਈ ਨੂੰ ਖਤਮ ਕਰ ਦਿਓ। ਤੇ ਖਿਮਾ ਕਰਿਓ, ਕਈ ਵਾਰ ਲੋਕ ਉਹਨਾਂ ਨੂੰ ਨਹੀਂ ਬਖਸ਼ਦੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਯਤਨ ਕਰਨਾ ਚਾਹੀਦਾ ਵੀ ਜਿੱਥੋਂ ਤੱਕ ਵੀ ਹੋ ਸਕੇ ਲੜਾਈ ਝਗੜੇ ਵਿਵਾਦ ਤੋਂ ਬਚਣਾ ਚਾਹੀਦਾ ਹੈ। ਬੜੇ ਹੀ ਠੰਡੇ ਸੁਭਾਅ ਦੇ ਨਾਲ ਵਿਚਾਰ ਕਰਕੇ ਮੈਂ ਕਈ ਵਾਰ ਬੇਨਤੀ ਕੀਤੀ ਹੈ, ਬਾਣੀ ਵਿੱਚ ਪਹਿਲਾਂ ਵਿਚਾਰ ਹੀ ਲਿਖੀ ਹੈ ਜੀ। ਅੰਮ੍ਰਿਤ ਵੇਲੇ ਦਾ ਆਪਾਂ ਜਾਪ ਕਰਦੇ ਹਾਂ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਰਹਿਰਾਸ ਦਾ ਪਾਠ ਕਰਦੇ ਹਾਂ, ਥਾਲ ਵਿੱਚ ਤਨ ਵਸਤੂ ਪਈ ਉਹ ਸਤ ਸੰਤੋਖ ਵਿਚਾਰੋ। ਅਖੀਰ ਤੇ ਫਿਰ ਹਥਿਆਰ ਹੈ ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ। ਹਲਾਲ ਅਸਤ ਬੁਰਦਨ ਬਾ ਇਹ ਸ਼ਮਸ਼ੀਰ ਦਸਤ। ਜਦੋਂ ਸਾਰੇ ਹੀਲੇ ਵਸੀਲੇ ਲੰਘ ਜਾਣ, ਅਪੀਲ ਦਲੀਲ ਖਤਮ ਹੋ ਜਾਵੇ ਤੇ ਫਿਰ ਸ਼ਮਸ਼ੀਰ ਹੈ। ਪਹਿਲੋਂ ਲੜਾਈ ਝਗੜਾ ਨਹੀਂ, ਪਹਿਲੋਂ ਵਿਚਾਰ ਹੀ ਹੈ ਜਿੰਨਾ ਵੀ ਹੋ ਸਕੇ। ਵੇਖਾਂਗੇ ਸਾਧ ਸੰਗਤ, ਇਹ ਵਿਚਾਰ ਤੱਕ ਹੀ ਲੜਾਈ ਰਹਿੰਦੀ ਹੈ ਕਿ ਹਥਿਆਰ ਤੱਕ ਪਹੁੰਚਦੀ। ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ